जिस पास बैठियां सोही है, सबनां दा वेसा सतनाम वाहेगुरु साहिब जियो। सूही महला पंजवा। सिमृत वेद पुराण पुकारन पोथियां, नाम बिना सब कूड़ गाली होछियां। सिमृत वेद पुराण पुकारन पोथियां, नाम बिना सब कूड़ गाली होछियां। नाम निधान अपार भगतां मन वसै, जन्म मरण मोह दुख साधु संग नसै रहा। मोह बाद अहंकार सर पर रुन्निया, सुख ना पायन मूल नाम विचुन्निया। मेरी मेरी तहार बंधन बंधेया, नरक सुरग अवतार माया तंदेया। सोदत सोदत सोद तत बिचारिया, नाम बिना सुख नाहि सर पर हारिया। आवह जाहे अनेक मर मर जन्मते, बिन बूझे सब वाद जोनी परमते। जिनको पहे दयाल तिन साधु संग पया, अमृत हर का नाम तिन्हि जनी जप लया। खोजैं कोट असंख बहुत अनंत के, जिस बुझाए आप नेड़ा तिस है। विसर नाहि दातार अपना नाम दे, गुण गावां दिन रात नानक चाओ एहे। विसर नाहि दातार अपना नाम दे, गुण गावां दिन रात नानक चाओ एहे। वाहिगुरु जी का खालसा, वाहिगुरु जी की फतेह। जुगो जुग अटल शब्द सतगुरु तन तन गुरु ग्रंथ साहिब जी। गुरु पातशाह जी दे हजूर शाम समय हाजरीन सत्संगत जीओ, अपार मेहरामत है असी सत्संगत दा समा माण पा रहे हैं। लड़ीवार गुरबाणी विचार विच सूही राग दा गुरु अर्जन पातशाह द्वारा उचरित किया यह पावन शब्द सानू प्राप्त है। विचार यदि चल रही है, बड़े शुरुआती दौर च कुछ बंद विचारे ने, अगलेरे बंदां दी विचार अज करांगे। हमेशा की तरह विचार की प्रारंभता मुख सुनेहे तो रहाओ दे पदे तो कर लगे हाँ। सब जिक्र कर रहे ने नाम निधान अपार भगतां मन वसै, जन्म मरण मोह दुख साधु संग नसै। वैसे तो बड़ी विस्तार दे च बात हुई सी कि जो ये गुरु नानक दा घर है, ये नाम दा घर है, ये सारी जो विचारधारा है नाम की परिक्रमा करती है। Once we are able to understand नाम or grab the message of नाम, then definitely rest of Sikhi school of thought we can easily grab, we can easily understand. जिहड़ा बंदा इहदे च चूक कर गया, बाकी सारी बात जिहड़ी है वो शायद फिर वो बड़ी सुपरफिशियल जी रह जाएगी।
ਨਾਮ ਦਾ ਮਾਇਨਾ ਹੀ ਹੈ ਉਹ ਓਂਕਾਰ ਜਿਹੜੀ ਕਰਤਾਰੀ ਹੋਂਦ ਮੇਰੇ ਤੁਹਾਡੇ ਸਭ ਦੇ ਵਿੱਚ ਅਸੀਂ ਸ਼ੇਅਰ ਕਰ ਰਹੇ ਹਾਂ। ਵੀ ਆਰ ਆਲ ਹਿਊਮਨ ਬੀਇੰਗ ਐਂਡ ਸ਼ੇਅਰਿੰਗ ਵਨ ਬੀਇੰਗ, ਦੈਟ ਬੀਇੰਗ ਇਜ਼ ਜੋਤ। ਇਹਦਾ ਅਹਿਸਾਸ ਸਾਡੀ ਸੁਰਤ 'ਚ ਰਹੇ। ਜੋਤ ਤੇ ਹੈ ਹੀ ਅੰਦਰ, ਪਰ ਉਹੋ ਜਿਹੇ ਵਿਚਾਰ, ਖਿਆਲ, ਸੰਗਤ, ਇੰਸਟੀਟਿਊਸ਼ਨ, ਆਲਾ ਦੁਆਲਾ, ਇਹ ਸਭ ਨਾਮ ਦੇ ਡਿਫਰੈਂਟ ਰੋਲ ਅਦਾ ਕਰਨ ਵਾਲੇ ਕੰਪੋਨੈਂਟ ਨੇ। ਸੋ ਇਹਨਾਂ ਸਭ ਦੇ ਵਿੱਚ ਜੁੜ ਕੇ ਜਿਹੜੀ ਇੱਕ ਸੁਰਤਿਆਬਤਾ ਆ, ਜਾਗਰਤੀ ਹੈ, ਉਹ ਫਿਰ ਨਾਮ ਦੇ ਦੀਵੇ ਦੇ ਰੂਪ ਵਿੱਚ ਬਲਦੀ ਹੈ। ਜਿਹਨੂੰ ਗੁਰੂ ਸਾਹਿਬ ਨੇ ਕਿਹਾ ਸੀਗਾ ਕਿ ਦੀਵਾ ਮੇਰਾ ਏਕ ਨਾਮ, ਦੁੱਖ ਵਿੱਚ ਪਾਇਆ ਤੇਲ, ਉਨ ਚਾਨਣ ਉਹ ਸੋਖਿਆ, ਚੂਕਾ ਜਮ ਸਿਓ ਮੇਲ। ਉਹ ਕਹਿੰਦੇ ਕਿ ਉਹ ਨਾਮ ਦਾ ਦੀਵਾ ਬਲਿਆ ਤੇ ਉਹ ਬਲਣ ਦੇ ਨਾਲ ਉਨ ਚਾਨਣ ਉਹ ਸੋਖਿਆ। ਜਿਵੇਂ ਜਿਵੇਂ ਰੌਸ਼ਨੀ ਵਧੀ, ਰੌਸ਼ਨ ਦਿਮਾਗ ਹੋਇਆ, ਇਨਲਾਈਟਮੈਂਟ ਆਈ, ਤੇ ਉਹਦੇ ਨਾਲ ਚੂਕਾ ਜਮ ਸਿਓ ਮੇਲ, ਸੈਲਵੇਸ਼ਨ ਹੋ ਗਈ, ਮੁਕਤੀ ਹੋ ਗਈ। ਜਮ, ਮੌਤ ਵੀ ਬੜੀ ਛੋਟੀ ਹੋ ਗਈ, ਬੰਦਾ ਇੱਕ ਹਾਇਰ ਲੈਵਲ 'ਤੇ ਆ ਗਿਆ। ਸੋ ਇਹ ਨਾਮ ਦਾ ਰਾਹ ਆ। ਇਸ ਨੂੰ ਗੁਰੂ ਬਾਬਾ ਜੀ ਨੇ ਖਜ਼ਾਨੇ ਦੇ ਰੂਪ ਵਿੱਚ ਕਿਹਾ ਆ, ਟ੍ਰੈਜਰ ਜਿਹਨੂੰ ਕਹਿ ਲਓ। ਇੱਥੇ ਬਚਨ ਆ, ਨਾਮ ਨਿਧਾਨ ਅਪਾਰ, ਭਗਤਾਂ ਮਨ ਵਸੈ। ਜਿਹੜੇ ਭਗਤ ਜਨ ਨੇ ਉਹਨਾਂ ਦੇ ਮਨ ਵਿੱਚ ਇਹ ਵਸਦਾ ਹੈ, ਜਿਹੜੇ ਇਸ ਰਾਹ ਦੇ ਉੱਤੇ ਤੁਰਦੇ ਨੇ। ਅਲਟੀਮੇਟਲੀ ਜਿਵੇਂ ਜਿਵੇਂ ਇਹ ਸੂਹਜ, ਇਹਦੀ ਐਕਨੋਲਜਮੈਂਟ ਕਹਿ ਲਓ, ਇਹਦੀ ਐਜੂਕੇਸ਼ਨ ਕਹਿ ਲਓ, ਇਹਦਾ ਅਹਿਸਾਸ ਫੀਲ ਕਰਨਾ ਕਹਿ ਲਓ, ਬੰਦੇ 'ਚ ਆ ਰਿਹਾ ਹੈ, ਬੰਦਾ ਭਗਤੀ ਦੇ ਰਾਹ 'ਤੇ ਬੰਦਗੀ ਦਰਿਆਫਤ ਹੁੰਦੀ ਹੈ। ਜਨਮ ਮਰਨ ਮੋਹ ਦੁੱਖ ਸਾਧੂ ਸੰਗ ਨਸੈ। ਗੁਰੂ ਸਾਧੂ ਦਾ ਸੰਗ ਮਿਲਣ ਨਾਲ ਜੰਮਣ ਮਰਨ ਦਾ ਦੁੱਖ, ਮੋਹ ਮਾਇਆ ਦਾ ਦੁੱਖ, ਇਹ ਘਟ ਜਾਂਦਾ ਹੈ। ਰਹਾਓ। ਹੁਣ ਜਿੱਥੇ ਬੀਤੇ ਕੱਲ ਅਸੀਂ ਵਿਚਾਰ ਸਮੇਟੀ ਸੋ ਉੱਥੇ ਅੱਗੇ ਤੋਰ ਰਹੇ ਹਾਂ। ਮਹਾਰਾਜ ਬਿਆਨ ਕਰਦੇ, ਮੋਹ ਬਾਦ ਅਹੰਕਾਰ ਸਰ ਪਰ ਰੁੰਨਿਆ। ਮੋਹ ਬਾਦ ਅਹੰਕਾਰ, ਐਕਚੁਅਲ ਲੈਵਲ 'ਤੇ ਦੀ ਟਰਾਂਸਲੇਸ਼ਨ ਜਦੋਂ ਟੀਕਾਕਾਰਾਂ ਨੇ ਕੀਤੀ ਹੈ ਤੇ ਉਹ ਕੁਝ ਡਿਫਰੈਂਟ ਵੇ ਨਾਲ ਵੀ ਲੈ ਆਏ ਨੇ, ਪਰ ਇਹਨੂੰ ਜੇ ਅਸੀਂ ਬੜੇ ਤਰੀਕੇ ਨਾਲ ਪੜ੍ਹਦੇ ਹਾਂ, ਮੋਹ ਬਾਦ ਅਹੰਕਾਰ ਸਰ ਪਰ ਰੁੰਨਿਆ। ਬਾਦ ਅਹੰਕਾਰ, ਬਾਦ ਕਹਿੰਦਾ ਵਾਦ ਵਿਵਾਦ ਨੂੰ, ਇੱਕ ਮਤਲਬ ਤਕਰਾਰ ਵਿੱਚ, ਵਾਦ ਵਿਵਾਦ ਦੇ ਵਿੱਚ ਪੈ ਜਾਣਾ। ਤੇ ਪੈ ਜਾਣਾ ਇਸ ਕਰਕੇ ਕਿਉਂਕਿ ਉਹਦੇ ਨਾਲ ਮੇਰਾ ਹੰਕਾਰ ਜੁੜ ਗਿਆ। ਸਪੋਜ਼ ਕੋਈ ਗੱਲ ਹੋ ਜਾਏ ਕਿਸੇ ਤਰੀਕੇ ਦੀ, ਇੱਕ ਮੈਂ ਪੈਂਤੜਾ ਲੈ ਲਿਆ ਸੱਜੇ ਜਾਂ ਖੱਬੇ, once I have some kind of stand, and after that it's not actually a big deal I'm right or wrong. I have to just follow. I have to actually just justify I'm right. ਇਸ ਤਰੀਕੇ ਦਾ ਤੁਹਾਨੂੰ ਅੱਜ ਇੱਥੇ ਬਹੁਤ ਔਖਾ ਨਹੀਂ ਹੈਗਾ। ਜਿਹੜੀ ਸੋ ਕਾਲਡ ਅਖੌਤੀ ਅਸੀਂ ਸਾਰੇ ਦੀ ਸਾਰੀ ਸੋਸ਼ਲ ਮੀਡੀਆ 'ਤੇ ਯੂਟਿਊਬ 'ਤੇ ਈਵਨ ਸਾਡਾ ਬਹੁਤਾ ਪ੍ਰਚਾਰ ਵੀ ਇਸੇ ਕਿਸਮ ਦਾ ਹੀ ਹੈ। ਇੱਕ ਨੂੰ ਨੀਵਾਂ, ਦੂਜੇ ਨੂੰ ਨੀਵਾਂ, ਇੱਕ ਨੂੰ ਨੀਵਾਂ, ਆਪਣੇ ਆਪ ਨੂੰ ਉੱਚਾ, ਇਹ ਸਭ ਇਹ ਵਾਦ ਵਿਵਾਦ ਵਿੱਚ ਲੱਭੋ ਲਬਾਬ ਕੀ ਹੈ? ਹੰਕਾਰ। ਤੇ ਫਿਰ ਇਹਦਾ ਰਸ ਵੀ ਹੈ, ਇਹ ਵੀ ਇੱਕ ਵੱਡੀ ਚੀਜ਼ ਹੈ। ਰਸ ਦਾ ਫਿਰ ਮੋਹ ਪੈ ਜਾਂਦਾ, ਬੰਦਾ ਕਹਿੰਦਾ ਨੋ ਆਈ ਕੈਨ ਨੋਟ ਕਮ ਆਊਟ ਆਫ ਇਟ। ਇਸ ਲਈ ਫਿਰ ਜਿਹੜਾ ਸੈਕਟਿਜ਼ਮ ਹੈ, ਇਹ ਪੁਰਾਣੇ ਸਮੇਂ ਤੋਂ ਰਿਹਾ, ਅੱਜ ਦੀ ਗੱਲ ਨਹੀਂ, ਨਵੀਂ ਨਹੀਂ ਹੈ। ਸੈਕਟਿਜ਼ਮ ਧਰਮਾਂ ਦੇ ਅੰਦਰ ਬਣਦੇ ਨੇ, ਗਰੁੱਪਾਂ ਦੇ ਅੰਦਰ, ਕਮਿਊਨਿਟੀ ਦੇ ਵਿੱਚ, ਪਰਿਵਾਰਾਂ ਦੇ ਵਿੱਚ, ਸਮਾਜਾਂ 'ਚ ਬਣਦੇ ਨੇ। ਤੇ ਸਾਰੇ ਦੇ ਨਾਲ ਫਿਰ ਉਹ ਜਿਹੜਾ ਹੈ ਵਾਦ ਵਿਵਾਦ ਚੱਲਦਾ ਤੁਰਿਆ ਲੱਗਾ ਜਾਂਦਾ ਹੈ। ਹਾਲਾਂਕਿ ਗੁਰਮਤ ਨੇ ਵਾਦ ਵਿਵਾਦ ਦੇ ਮੁਕਾਬਲੇ ਦੇ ਉੱਤੇ ਸੰਵਾਦ ਦੀ ਗੱਲ ਕੀਤੀ ਹੈ। ਇੱਕ ਤੇ ਹੁੰਦਾ ਹੈ ਕਿ we have to get involved in some kind of conflict. Second ਹੈਗਾ we can actually develop some kind of dialogues. ਸੰਵਾਦ ਜਿਹੜਾ ਹੈ, ਬਾਣੀ ਦਾ ਬਚਨ ਹੈ, ਜਬ ਲਕ ਦੁਨੀਆ ਰਹੀ ਹੈ ਨਾਨਕ ਕਿਛ ਸੁਣੀਐ ਕਿਛ ਕਹੀ ਹੈ। ਇਹ ਹੁੰਦਾ ਪ੍ਰੋਸੈਸ ਕਰਨਾ। ਮੈਂ ਇਸ ਕਰਕੇ ਗੱਲ ਕਰਦਾ ਕਿਉਂਕਿ ਮੈਂ ਸਮਝਣੀ ਹੈ, ਸਮਝਾਣੀ ਹੈ। ਮੈਂ ਇਸ ਕਰਕੇ ਗੱਲ ਨਹੀਂ ਕਰਦਾ ਕਿਉਂਕਿ ਮੈਂ ਕਿਸੇ ਨੂੰ ਮਨਾਣੀ ਹੈ, ਮੰਨ ਮੇਰੀ ਗੱਲ। ਹੁਣ ਜਦੋਂ ਇਹ ਬਾਤ ਆ, ਮੈਂ ਤੇ ਅਹਿਸਾਸ ਨਹੀਂ ਕਰਨਾ ਕਿ ਮੈਂ ਕਿੱਥੇ ਖੜਾ ਕਿੱਥੇ ਨਹੀਂ। ਮੈਂ ਤੇ ਆਲਰੇਡੀ ਜਸਟੀਫਾਈ ਕਰ ਲਿਆ, ਆਮ ਰਾਈਟ, ਵੇਅਰ ਆਮ ਸਟੈਂਡਿੰਗ, ਆਮ ਟੋਟਲੀ ਓਕੇ। ਨਾਓ ਯੂ ਹੈਵ ਟੂ ਐਕਚੁਅਲੀ ਸਟੈਂਡ ਵਿਦ ਮੀ, ਅਦਰਵਾਈਜ਼ ਯੂ ਆਰ ਨੋਟ ਐਕਚੁਅਲੀ ਜਿਹੜਾ ਹੈਗਾ, ਯੂ ਆਰ ਮਾਈ ਐਨੀਮੀ, ਯੂ ਆਰ ਨੋਟ ਇਨ ਫੇਵਰ ਆਫ ਮੀ, ਆਈ ਵਿਲ ਵਰਕ ਅਗੇਂਸਟ ਯੂ।
ਆਹ ਜਿਹੜੀ ਚੀਜ਼ ਦਾ ਮੋਹ ਪੈ ਜਾਏ ਇੱਕ ਵਾਰੀ ਤੇ ਫਿਰ ਤੇ ਸਾਰੀ એનર્ਜੀ ਕਿਸੇ ਹੋਰ ਪਾਸੇ ਲੱਗੀ ਜਾਂਦੀ ਹੈ। ਗੁਰੂ ਬਾਬਾ ਜੀ ਕਹਿੰਦੇ ਨਾਮ ਦੀ ਸਭ ਤੋਂ ਨਾਮ ਤੋਂ ਤੋੜਨ ਵਾਲੀ ਚੀਜ਼ ਇਹ ਹੈ। ਬਾਕੀ ਗੱਲਾਂ ਤੇ ਸਾਰੇ ਰੱਬ ਦੀਆਂ ਕਰਦੇ ਨੇ, ਰੱਬ ਦੀਆਂ ਗੱਲਾਂ ਕਰਦੇ, ਨਾ ਰੱਬ ਦਿਸਦਾ ਨਾ ਰੱਬ ਦੇ ਬੰਦੇ ਦਿਸਦੇ ਨੇ। ਧਰਮ ਦੇ ਨਾਂ ਤੇ ਬੰਦਿਆਂ ਦੇ ਕਤਲ ਹੋ ਜਾਂਦਾ ਹੈ। ਧਰਮ ਦੇ ਨਾਂ ਤੇ ਜਿਵੇਂ ਉਲਾਮਾ ਇਕਬਾਲ ਨੇ ਕਦੀ ਕਿਹਾ ਸੀਗਾ ਨਾ ਕਿ खुदा के नाम पे दस्ते गरेबां है खुदा वाले। रब दे नाम दे उत्ते रब नूं मनन वाले दस्ते गरेबां, दस्त कहंदे हत्थ नूं, गरेबां कहंदे गला, एक दूसरे गला फड़िया। इस तरीके दे नाल गरेबां खिच्चे जा रहे हैं। तो तुसीं वीडियो देखदे, बड़ा कोई देखदे आले दुआले आए छड्डदे दिन कुछ ना कुछ तमाशा इहो जिहा मिलिया हुंदा। वो कहंदा कि खुदा के नाम पे दस्ते गरेबां हैं खुदा वाले। क्यों? कहते बहुत जिस कदर जिक्र खुदा है खौफे खुदा कम है। खुदा का जिक्र तो बड़ा, खौफ कोई नहीं, भय कोई नहीं, भय नां दी शै नहीं बिल्कुल ही। बंदा सोचता भी मतलब ये नाम है एहसास आ जाना, वो कायम दायम है, मौजूद है। मन दे भय लै जाने, एक निर्मल भय च आ जाने नाम है। पढ़द्या सुनद्या बंदे च एहसास आ जाए मैं वो हाँ तो मैं हाँ। अदरवाइज इन्हां शब्दां दे की अर्थ करोगे? बाबा कबीर जी जो स्पिरिचुअल लैवल ते कुछ फ्लाइट नूं इंजॉय करते हैं, उस लैवल ते आउंदे ने, उत्थे जाके वो कहिंदे ने कि सुन सखी जियो मैं पियो बसै, पियो मैं बसै कि जियो, जियो पियो बूझै नाही घट मैं जियो कि पियो। हे सखी, हे सत्संगी सखी, मैनूं ये नहीं पता लग रहा मैं वो हो गया कि वो मैं हो गया। एक रूपता आ गई है। नाम दा थ्रैशहोल्ड ये है जिथे जाके मेर तेर मिटदी है, जिथे जाके बंदा सब दे पुरख सरबत दा भला इत्थों निकलदा। ये नानक दे नाम दी चढ़दी कला वाला कॉन्सैप्ट है। पर बात ये हो गई मी एंड माई सेल्फ, दैट्स इट। मैं ते मेरी जिहड़ी होंद बस यही सब कुछ है। मेरे नाल ही जे मैनूं कुछ किया तो जगत परलो हो जाएगी, जे मेरी गल ना मन्नी ते तुसीं तुहानूं पता ही नहीं हैगा। इस किस्म की जिहड़ी अलामत है ये अहंकार चों आ रही है। गुरु महाराज गुरु अर्जन साहब कहते मोह बाद अहंकार सर पर रुन्निया, सर पर रुन्निया कंप्लीटली ये इनवॉल्व हो गया, ये अंदर ही अपने आप को इनकलूड कर लिया। हुण जो इस तरीके नाल तुसीं देखो ना, असीं अक्सर शब्द वेखदे हां बाणी दे विचों, शब्द पढ़िए महाराज बयान करदे कि क्या बग बपूड़ा छपड़ी नहाए कीचड़ डूबे मैल ना जाए। मैल लगी होए साफ पानी च जाओगे तो लह जाएगी। तो मैल कैसी है? मैल ऐसी जैसी बगले नूं लगी होए, बाहरों तो चिट्टा आ। मैल बगले दी धो के तो नहीं लएगी ना। तुसी बगले नूं, बगला इज अ मैटाफोर in our actually Punjabi language. Whenever anyone is actually practicing or exercising or showing some kind of hypocrisy, we use this word bagla. ये बगला है। ये तो हुण जिहड़ी हिपोक्रेसी है वो ये तो है नहीं कि बाहर लगा कोई दाग है धो दोगे जाके, वो तो बहुत औखा जाएगा। पखंड, तो पखंड नूं लाहण वास्ते बंदा तुरे किथे? तुर भी उत्थे जाए जिथे बल्कि लेना तो की है, बल्कि होर मैल चढ़ेगी। क्या बग बपूड़ा छपड़ी ना आए, चिक्कड़ दी छप्पड़ मैल वाली जगह तो होर पहुंच गया। पहला तो मैं सिख नहीं बनया, मैं सिक्ख्या नहीं, मैनूं एहसास कुछ नहीं। फिर उस तो अगले लैवल ते हो गया कि इहो जे मैं चर्चा दे च इहो जे उस सारे च इनवॉल्व हो गया जिहदे नाल बचाव के कोई साधन ही नहीं है। इसलिए जिवें सपोज करो बंदा कई बारी जिहड़े पाप हुंदे ने ना, जिहड़ी गुनाह दी बिरती है, ये सिर्फ अपना नुकसान नहीं करदी। बंदा आले दुआले जे मत थोड़ी है, जे अकल थोड़ी है, जे सोझी थोड़ी है, तो बंदा अपने आप नूं एहसास करे भी एटलीस्ट मैं अजे सिक्ख्या लई नहीं तो मैं होरां वास्ते कोई वड्डा किस किस्म का जिहड़ा हर्डल पैदा ना करा। एक रंग होर मैं बयान कर देना, अज दी मॉडर्न साइकोलॉजी बहुत कुछ सारिया चीज़ां इस तरीके समझाइया जांदियां ने। देयर आर 4 काइंड ऑफ पीपल वी कैन कैटेगराइज, 4 तरह के लोग। खास करके जदों असी ह्यूमन अवेयरनैस की गल करते हैं, बिहेवियर की जिहड़ी है बैटरमेंट की गल करते हैं, उहदे च
ਉਹ ਕਹਿੰਦੇ ਨੇ ਪਹਿਲੀ ਸ਼੍ਰੇਣੀ ਉਹਨਾਂ ਦੀ ਆਉਂਦੀ ਹੈ, ਪੀਪਲ ਹੂ ਡੋਂਟ ਨੋ ਹਾਊ ਟੂ ਲਿਵ ਇਨ ਦਿਸ ਵਰਲਡ। ਉਹਨਾਂ ਨੂੰ ਇਹ ਨਹੀਂ ਪਤਾ ਅਸੀਂ ਜ਼ਿੰਦਗੀ ਕਿਵੇਂ ਜੀਣੀ ਹੈ, ਰਿਸ਼ਤੇ ਕਿਵੇਂ ਸੰਭਾਲਣੇ ਨੇ, ਕਿਵੇਂ ਡੀਲ ਕਰਨਾ ਇੱਕ ਦੂਜੇ ਨਾਲ, ਆਪਣੇ ਆਪ ਨਾਲ, ਸਾਰਿਆਂ ਨਾਲ। ਉਹ ਲੋਕ ਨੇ ਜਿਹੜੇ ਅਨਅਵੇਅਰ ਅਤੇ ਅਨਕੰਪੈਟੀਬਲ ਨੇ। ਦੇ ਆਰ ਟੋਟਲੀ ਅਨਕੰਪੈਟੀਬਲ। ਉਹਨਾਂ ਨੂੰ ਨਹੀਂ ਪਤਾ ਵੀ ਜ਼ਿੰਦਗੀ ਕਿਸ ਤਰੀਕੇ ਨਾਲ ਜਿਹੜੇ ਉਹਦੇ ਨਾਲ ਉਹਨਾਂ ਦਾ ਕੋਈ ਜਿਹੜਾ ਹੈਗਾ ਕੰਪੈਟੀਬਿਲਿਟੀ ਨਹੀਂ ਹੈਗੀ। ਪਰ ਮੁਸ਼ਕਿਲ ਕੀ ਹੈ, ਅਨਅਵੇਅਰ ਨੇ, ਪਤਾ ਹੀ ਨਹੀਂ ਹੈਗਾ ਕਿ ਮੈਂ ਕੁਝ ਮੈਨੂੰ ਕੁਝ ਸਿੱਖਿਆ ਚਾਹੀਦੀ ਹੈ, ਮੈਨੂੰ ਕੁਝ ਉਸ ਤਰੀਕੇ ਨਾਲ। ਇਹ ਸਟੇਜ ਜਿਹੜੀ ਹੈ ਇਹ ਬਹੁਤ ਮਾੜੀ ਸਟੇਜ ਹੈ। ਇੱਥੇ ਜਿਹੜਾ ਬੰਦੇ ਨੂੰ ਅਹਿਸਾਸ ਹੀ ਨਹੀਂ ਮੈਂ ਮੂਰਖ ਹਾਂ, ਮੈਂ ਗਲਤ ਕੰਮ ਕਰ ਰਿਹਾ। ਇਹ ਜਿਹੜਾ ਸਰ ਪਰ ਰੁੰਨਿਆ ਪਹਿਲੀ ਸਟੇਜ ਹੈ। ਦੂਸਰੀ ਸਟੇਜ ਇਸ ਤੋਂ ਥੋੜ੍ਹੀ ਜਿਹੀ ਬੈਟਰ ਹੁੰਦੀ ਹੈ ਪਰ ਔਖੀ ਬੜੀ ਹੈ। ਉਹਦੇ 'ਚ ਕੀ ਹੁੰਦਾ ਹੈ ਤੇ ਅਜੇ ਬੰਦਾ ਇਨਕੰਪੈਟੀਬਲ ਹੀ ਹੈ, ਪਰ ਉਹ ਜਿਹੜੀ ਕੰਪੈਟੀਬਿਲਿਟੀ ਹੈ ਉਹਦੇ ਬਾਰੇ ਅਵੇਅਰਨੈਸ ਆ ਗਈ ਹੈ। ਉਹ ਤਾਂ ਕਹਿੰਦੇ ਕਿ ਜਿਹੜਾ ਹੈਗਾ ਅਵੇਅਰਨੈਸ ਵਿਦ ਇਨਕੰਪੈਟੀਬਲਨੈਸ। ਬੰਦਾ ਅਵੇਅਰ ਆ ਪਰ ਪਤਾ ਲੱਗ ਗਿਆ ਵੀ ਮੈਂ ਠੀਕ ਨਹੀਂ ਹੈਗਾ। ਤੀਸਰੀ ਸਟੇਜ ਸੁਧਾਰ ਦੀ ਆਉਂਦੀ ਹੈ, ਜਿਸ 'ਚ ਬੰਦਾ ਅਵੇਅਰ ਵੀ ਹੈ ਪਰ ਕੰਪੈਟੀਬਲ ਵੀ ਹੈ। ਆਪਣੇ ਆਪ ਨੂੰ ਜਾਗਰਤ ਅਵਸਥਾ 'ਚ ਰੱਖਦਾ ਪਰ ਜ਼ੋਰ ਲਾਉਣਾ ਪੈਂਦਾ, ਅਦਰਵਾਈਜ਼ ਮਾੜਾ ਜਿਹਾ ਸੱਜੇ ਖੱਬੇ ਛੱਡਿਆ ਨਹੀਂ ਤੇ ਮਨ ਨੇ ਤੇ ਲੈ ਜਾਣਾ ਉਸ ਪਾਸੇ। ਇਹ ਆਈਡੀਅਲ ਨਹੀਂ ਗੀ। ਆਈਡੀਅਲ ਅਵਸਥਾ ਪਤਾ ਕੀ ਹੈ? ਆਈਡੀਅਲ ਅਵਸਥਾ ਇਹ ਹੈ ਅਨਅਵੇਅਰ ਕੰਪੈਟੀਬਲ। ਸੁੱਤੇ ਸਿੱਧੇ ਸੁਪਨੇ ਹੂੰ ਬਰੜਾਏ ਕਿਆ ਜਿਹ ਮੁਖ ਨਿਕਸੈ ਰਾਮ। ਸੁੱਤੇ ਨੂੰ ਵੀ ਤੋਰੋ ਤੇ ਸਿੱਧਾ ਤੁਰੇ। ਬਿਲਕੁਲ ਰਾਤ ਹੋਏ ਦਿਨ ਹੋਏ, ਨਾਮ ਦੀ ਅਵਸਥਾ ਇਹ ਹੈ। ਜੋ ਮਰਜ਼ੀ ਹੋ ਜਾਏ, ਪੱਕਾ ਕਲੀਅਰ ਹੈ ਜਿਹੜੇ ਕੰਮ ਨਹੀਂ ਕਰਨੇ ਨਹੀਂ ਕਰਨੇ। ਜੇ ਨਸ਼ੇ ਨਹੀਂ ਕਰਨੇ, ਸ਼ਰਾਬ ਨਹੀਂ ਪੀਣੀ, ਚੁਗਲੀ ਨਹੀਂ ਕਰਨੀ, ਬਖਿਲਗੀ ਨਹੀਂ ਕਰਨੀ, ਮਾੜਾ ਨਹੀਂ ਕਰਨਾ, ਕਿਸੇ ਦੇ ਭੈੜੇ ਬੰਦੇ 'ਚ ਨਹੀਂ ਭਾਗੀਦਾਰ ਬਣਨਾ, ਜਿੰਨਾ ਅਕਲ ਸੋਝੀ ਸਮਝ ਦਿੱਤੀ ਉਹਦੇ ਮੁਤਾਬਕ ਚੱਲਣਾ ਹੈ, ਰੱਬ ਦੇ ਭੈ 'ਚ ਰਹਿਣਾ ਹੈ, ਆਲੇ ਦੁਆਲੇ ਕਿਸੇ ਦੀ ਮਦਦ ਕਰਨੀ ਹੈ। ਦੋਜ਼ ਕਾਈਂਡ ਆਫ ਥਿੰਗਸ ਦੈਟ ਇਹ ਹੈ ਨਾਮ ਦਾ ਅਸਲ ਜਾਵੀਆ। ਜਿੱਥੇ ਇਸ ਕਿਸਮ ਦੀ ਬਾਤ ਤੇ ਦੂਰ ਦੀ ਗੱਲ ਰਹੀ ਹੈ, ਜੇ ਬੰਦੇ ਨੂੰ ਇਹ ਨਹੀਂ ਪਤਾ ਕਿ ਮੈਨੂੰ ਕੁਝ ਲਰਨ ਕਰਨਾ ਚਾਹੀਦਾ, ਸਿੱਖਣਾ ਚਾਹੀਦਾ, ਸਮਝਣਾ ਚਾਹੀਦਾ। ਇੱਥੇ ਤੋਂ ਉਮਰਾਂ ਲੰਘ ਜਾਂਦੀਆਂ ਲੋਕਾਂ ਦੀਆਂ ਸਿੱਖਦਿਆਂ ਸਿਖਾਉਂਦਿਆਂ, ਤੇ ਫਿਰ ਵੀ ਬੰਦੇ ਕਹਿੰਦੇ ਅਸੀਂ ਤਾਂ ਅਜੇ ਭਾਈ ਵਿਦਿਆਰਥੀ ਹਾਂ। ਸਿੱਖ ਹੋਣ ਦਾ ਮਤਲਬ ਇਹ ਹੈ। ਦੂਸਰੇ ਪਾਸੇ ਉਹ ਲੋਕ ਜਿਹੜੇ ਜਜਮੈਂਟਲਸ ਬਣ ਜਾਂਦੇ, ਜਜਮੈਂਟਸ ਪਾਸ ਕਰਦੇ, ਅਸੀਂ ਤੁਹਾਨੂੰ ਦੱਸਦੇ ਹਾਂ ਸਹੀ ਕੀ ਹੈ ਗਲਤ ਕੀ ਹੈ, ਇਸ ਤਰੀਕੇ ਨਾਲ। ਤੇ ਉਹਦੇ 'ਚ ਹੰਕਾਰ ਦੇ ਇਜ਼ਾਫੇਦਾਰੀ ਹੋ ਰਹੀ। ਤੇ ਮਹਾਰਾਜ ਕਹਿੰਦੇ ਉਹਦੇ ਅੰਦਰ ਮੋਹ ਬਾਦ ਅਹੰਕਾਰ ਸਰ ਪਰ ਰੁੰਨਿਆ, ਸੁਖ ਨਾ ਪਾਇਨ ਮੂਲ ਨਾਮ ਵਿਛੁੰਨਿਆ। ਨਾਮ ਤੋਂ ਵਿਛੜ ਗਏ ਤੇ ਸੁਖ ਨਾ ਪਾਇਨ ਮੂਲ। ਮੌਲਿਕ ਰੂਪ ਦੇ 'ਚ ਬਾਤ ਮੰਨ ਕੇ ਚੱਲੋ ਕਿ ਸੁਖ ਦੀ ਬਾਤ ਤੇ ਬੜੀ ਦੂਰ ਦੀ ਗੱਲ ਰਹਿ ਜਾਏਗੀ। ਆਤਮਿਕ ਸੁਖ ਜਿਹੜਾ ਆ ਇਹ ਬੰਦਾ ਹੰਢਾ ਸਕੇ। ਇਹਨੂੰ ਸੁਖ ਦੀਆਂ ਕਈ ਸਟੇਜਸ ਲੋਕੀ ਬਿਆਨ ਕਰਦੇ ਨੇ। ਹਕੀਕਤ ਇਹ ਤਾਪ ਸੰਤਾਪ ਜੀਵਨ ਦਾ ਜ਼ਰੂਰੀ ਅੰਗ ਹੈ। ਆਲੇ ਦੁਆਲੇ ਦੀਆਂ ਸਿਚੁਏਸ਼ਨ ਸਰਕਮਸਟਾਂਸਿਸ ਜਿਹੜੇ ਨੇ ਇਹ ਵੀ ਤੁਹਾਡੇ ਕੰਟਰੋਲ 'ਚ ਨਹੀਂ ਹੁੰਦੇ। ਹਾਂ, ਤੁਹਾਡੀ ਮਨ ਦੀ ਦਸ਼ਾ ਜਿਹੜੀ ਹੈ, ਬੰਦੇ ਦਾ ਸੁੱਖ ਦੁੱਖ ਕਿਵੇਂ ਪਰਖਿਆ ਜਾਏ। ਬੰਦਾ ਆਪਣੇ ਕੰਨ ਥੱਲੇ ਹੱਥ ਰੱਖੇ, ਬਿਸਤਰੇ 'ਤੇ ਪਏ ਤੇ ਨੀਂਦ ਆ ਜਾਏ, ਸੁੱਖ ਹੈ। ਬੰਦਾ ਅੱਖਾਂ ਖੋਲ੍ਹੇ ਤੇ ਬਿਲਕੁਲ ਜਿਹੜਾ ਹੈਗਾ ਦਿਮਾਗ ਸੁਰਤ ਫਰੈਸ਼ ਹੋਏ, ਕੁਛ ਕਰਨ ਨੂੰ ਜੀ ਕਰੇ, ਕੁਛ ਚੰਗਾ ਹੋ ਸਕੇ, ਸੁੱਖ ਹੈ। ਬੰਦਾ ਐਕਚੁਅਲੀ ਇਸ ਕ੍ਰਾਈਟੀਰੀਆ 'ਚ ਆਓ। ਜਦੋਂ ਬੰਦੇ ਨੂੰ ਨਾ ਦਿਨ ਦਾ ਚੈਨ ਹੈ, ਨਾ ਰਾਤ ਦੀ ਨੀਂਦ ਹੈ, ਅਜੀਬ ਹਾਲਤ ਹੈ। ਮੈਂ ਤਾਂ ਖੁਦ ਯੰਗ ਬੱਚਿਆਂ ਨਾਲ ਕਾਉਂਸਲਿੰਗ ਕਰਦਾ ਹਾਂ, ਐਂਡ ਮੋਸਟ ਆਫ ਦਾ ਟਾਈਮ ਦੇ ਹੈਵ ਦਿਸ ਵੈਰੀ ਬੇਸਿਕ ਕਾਈਂਡ ਆਫ ਕੰਪਲੇਨ। ਉਹਨਾਂ ਦੀ ਕੰਪਲੇਂਟ ਇਹ ਹੈਗੀ ਹੈ ਕਿ ਕੰਸਨਟ੍ਰੇਸ਼ਨ ਨਹੀਂ ਕਰ ਪਾ ਰਹੇ। ਆਈ ਨੋ ਆਈ ਹੈਵ ਟੂ ਸਟੱਡੀ ਇਟ, ਆਈ ਹੈਵ ਟੂ read it, I have to actually do some work. I start working, but at the same time when I'm starting actually my work, same time my mind is wandering here and there. I have no clue. Without any reason I have over worries. ਇਹੋ ਜਿਹੀਆਂ ਚੀਜ਼ਾਂ ਆ ਰਹੀਆਂ ਸਭ ਉਸ ਰੂਪ ਦੇ ਵਿੱਚ। ਇਹਦੇ ਲਈ ਕਈ ਵਾਰੀ ਸਾਡੇ ਸਿਆਣੇ ਜਿਹੜੇ ਉਹ ਅੱਜ ਕੱਲ੍ਹ ਦੀ ਮਾਡਰਨ ਟਰਮ ਯੂਜ਼ ਕਰਦੇ ਨੇ, ਉਹ ਕਹਿੰਦੇ ਦੈਨ ਟੇਕ ਯੂਰ ਮੈਡਸ। ਪਰ ਲੋਕ ਕਈ ਵਾਰ ਕਹਿੰਦੇ ਨੇ ਕਿ ਆਈ ਡੋਂਟ ਹੈਵ ਐਨੀ ਐਕਚੁਅਲੀ ਮੈਡੀਕੇਸ਼ਨਸ, ਆਈ ਡੋਂਟ ਹੈਵ ਐਨੀ ਕੰਡੀਸ਼ਨ ਵੇਅਰ ਆਈ ਹੈਵ ਟੂ ਟੇਕ ਮੈਡੀਕੇਸ਼ਨ। ਉਹ ਕਹਿੰਦੇ ਨੇ ਮੈਡਸ ਦਾ ਮਤਲਬ ਸਮਝੋ। ਪਹਿਲਾ ਐਮ ਦਾ ਮਤਲਬ ਹੈਗਾ ਮੈਡੀਟੇਸ਼ਨ, ਈ ਦਾ ਮਤਲਬ ਹੈਗਾ ਐਕਸਰਸਾਈਜ਼, ਡੀ ਦਾ ਮਤਲਬ ਹੈਗਾ ਡਾਈਟ, ਐਸ ਦਾ ਮਤਲਬ ਹੈ ਸਲੀਪ।
जे ये चीज़ों फॉलो करोगे प्रॉपरली, टेक योर मैट्स, डेफिनेटली थिंग्स गोना बी स्मूथ। मैडिटेशन इज असेंशियल पार्ट, बड़ा जरूरी है। ये पहली स्टेज है। बंदे नूं अज जिस मर्जी तुसी हाईली एजुकेटेड एनवायरमेंट आ जाओ, जिथे लोग बिल्कुल सब प्रॉपर एजुकेशनल इंस्टीट्यूशन मैडिटेशन ते वार वार फोकस किया जा रहा है, क्योंकि सब काम तो एकाग्रता का है। तो कई बार ये भी होंदा है, लोगों ने दसिया जाता है कि वो मैडिटेशन है बड़ी कूल चीज़ है, तो बड़ी इंजॉयमेंट चीज़ है। शुरुआत नहीं है, शुरुआत इट्स ए हार्ड टास्क, बड़ा ड्राई टास्क है। तुहानूं एनर्जी लानी पैंदी है, एफर्ट लानी पैंदी है। जिहदे बारे तुसीं खुद पढ़नी होए तो कैनेडियन राइटिंग, एक्चुअली कैनेडियन राइटर की बुक हैगी पावर ऑफ नाउ, हुण विच रहण दी ताकत। बाणी वार वार कहती है फोकस हेयर एंड नाउ, हुणे च रह, इत्थे रह। जिन्होंने सिखे ना दम दम सदा संभालदा, साहां ते फोकस कर। लोगों ने ब्रीथिंग पैटर्न ते फोकस करना शुरू करता। नो नो नो, फॉरगेट अबाउट इट। एक्चुअल लैवल ते है आ जिहड़ी मूवमेंट है इहदे विच जी जो कर रहे हैं इनू इंजॉय कर, इहदे च रह। ते ये सिर्फ एक जगह ते नहीं लागू होंदी, हर जगह ते लागू होंदी है। इफ आई एम इन गुरुद्वारा साहब, सिटिंग इन गुरु ग्रंथ साहब, एक्चुअली इन द प्रेजेंस ऑफ गुरु ग्रंथ साहिब महाराज, I should be here, only here। जे मैं ड्राइव कर रहा कार, मैं ड्राइव ही करता हूँ उत्थे। जे मैं घर कोई होर काम कर रहा मैं उत्थे प्रेजेंट होवां, तां जाके इंजॉय कर पाओगे, तां जाके उसनूं मान सकोगे। सो ये तुहानूं मैडिटेशन ने सिखाना है। तो मैडिटेशन तो फिर तुसीं जिहड़ी एकाग्रता ध्यान है उस भी कन्वर्ट करना है। उहदे वास्ते एक्सरसाइज इहदे कई रूप ने। फिजिकल एक्सरसाइज तो शुरू करते हैं असीं, पर कली फिजिकल एक्सरसाइज ना इनवॉल्व होंदी। जो लर्न करते हो, जो जोड़ा है जो उन्होंने चीज़ों सब उन्होंने प्रोसैस भी करना है, उन्होंने प्रैक्टिकल वे नाल भी लैके आना। एक्सरसाइज है सारे। सो फिजिकल एक्सरसाइज तो लैके रोज़मर्रा के जीवन में जिहड़ियां चीज़ां नवीं जे इंप्लीमेंटेशन नहीं हो रही, मैं सुनी जा रहा समटाइम पीपल आस्क भाई साहब व्हाट इज द डिफरेंस बिटवीन इनफॉर्मेशन एंड नॉलेज। भाई इनफॉर्मेशन सिंपल होंदी है। इनफॉर्मेशन ये कह लो कि तुसी ड्राइविंग टैसट देने वास्ते बुक पढ़ी सी, तुसी पढ़ के रट के ड्राइविंग टैसट पास करता, मुड़ के जदों दी अपलाई करन दी वारी आई, इंप्लीमेंट करन दी वारी आई, पता है कि स्टॉप साइन ते गड्डी रोकनी है, वो च लिखिया सीगा। उत्थे लोड़ ही नहीं, सीधी गड्डी कट दी थी। इनफॉर्मेशन तो है। जो बाद कोई बंदा रोकदा है भी तू कोई गलती तो नहीं की, हाँ वो मैं स्टॉप साइन ते गड्डी नहीं रोकी, वो भाई क्यों नहीं रोकी, बस ਇਹਦਾ मतलब तू इस चीज़ ਨੂੰ ਅਪਲਾਈ नहीं किया, ये तेरी नॉलेज कन्वर्ट नहीं होई। इत्थे ये जिहड़ी चीज़ है ये है जिन्नी देर तक वो एक्सरसाइज उस रैप में फॉलो नहीं करते। तो बंदे का शरीर तन ते मन सुधा अन्न है, बस नथिंग एल्स। अन्न ते फोकस करो, की खा रहे हो, जो सट रहे हो अंदर उही बन रहा सब कुछ, उही कैमिकल्स ने अंदर। बंदे की डाइट ठीक नहीं है, शिकायत करी जाता बंदा। साडा ब्रेन इट्स प्योर प्रोटीन, नथिंग एल्स। साडे न्यूरो ट्रांसमीटर्स इट्स प्योर जिंक एंड सल्फर, नथिंग एल्स। तुसी इन्हां चीज़ां नूं गुरु ग्रंथ साहब की वार वार बाणी पढ़ो। तुसी नाम की नाम यही सिखा रहा ना। बंदा कहता कि मैनू सुख चाहिए, शांति चाहिए, मैनू आ चीज़ चाहिए। वो भले बंदे जिस चीज़ का बनया आ उही ते आएगी सामने, उही ते बनेगी। हुण जे तू खुराक ही ठीक नहीं, बंदे का फूड चॉइसिस ही ठीक नहीं है, जिहड़ा कैमिकल इनटेक है, ओवर कैमिकल इनटेक है हर तरह का, इस इंडस्ट्रीयल प्रोसैसड फूड है सारे का सारा। तो ये विचों की सोचते हैं की निकलेगा। मतलब जिहड़ा शूगर दे विच इन्ना ज़्यादा रिच फूड असी लै रहे हैं, शूगरी फूड है, साल्टी फूड है, फिर ये नाल प्रोसैसड फूड आ, तलिया ग्रीसी फूड आ। छड्डो परां, बाकी एनर्जी शरीर में कुछ करन कराने वास्ते मिलेगी, ब्रेन में कुछ फोकस करने वास्ते मिलेगा। वो सारी एनर्जी तो शरीर में डाइजैसट करने लग जाती है। वो तो वही मुसीबत बनी पई है, वो तो निकलेगा बाहर, तो अगली कोई चीज़ होएगी ना। बंदा सोचता पता नहीं कुछ हो रहा, कुछ गलत हो रहा, पर गलत हो रहा फूड से ध्यान दे, थाली उत्ते वेख की है। गुरु ग्रंथ साहब के बचन लिटरली तौर पर पढ़ते हैं, बाबा होर खाना खुशी खुआर, जित खादा तन पीड़ी है।
ਖਾਣ ਤੋਂ ਪਹਿਲਾਂ ਸੋਚ ਵੀ ਇਹਨੂੰ ਖਾ ਕੇ ਤਨ ਪੀੜਿਤ ਹੋਏਗਾ, ਪ੍ਰਤਾੜਿਤ ਹੋਏਗਾ ਕਿ ਇਹ ਹੈਲਦੀ ਹੋਏਗਾ। ਟਰਾਈ ਟੂ ਥਿੰਕ ਅਬਾਊਟ ਇਟ। ਇਹ ਅਵੇਅਰਨੈਸ ਹੈ, ਇਹ ਹੈ ਐਕਸਰਸਾਈਜ਼, ਇਹ ਹੈ ਉਸ ਚੀਜ਼ ਦੀ ਜਿਸ ਨੂੰ ਅਸੀਂ ਸੋਚ ਕੇ ਉਸ ਤੋਂ ਬਾਅਦ ਫਿਰ ਉਹਦੇ 'ਚ ਲੈ ਕੇ ਆਉਣਾ ਹੈਗਾ। ਤੇ ਲਾਸਟ ਹੈ ਸਲੀਪ, ਨੀਂਦ। ਅੱਜ ਮੈਂਟਲ ਹੈਲਥ ਦਾ ਆਲਮੋਸਟ 80% ਇਸ਼ੂਜ਼ ਆਪਣੇ ਆਪ ਸੋਲਵ ਹੋ ਜਾਂਦੇ ਨੇ ਜੇ ਬੰਦੇ ਸਲੀਪ ਪ੍ਰੋਪਰ ਹੋ ਜਾਏ। ਸਭ ਤੋਂ ਵੱਡਾ ਦੁਨੀਆ ਪੱਧਰ ਦੇ ਜਿਹੜਾ ਅਲਾਮਤ ਬਣ ਗਈ ਹੈ ਉਹ ਹੈਗੀ ਹੈ ਕਿ ਲੋਕਾਂ ਨੂੰ ਸਲੀਪਿੰਗ ਡਿਸਆਰਡਰ ਆ ਚੁੱਕਾ ਆ। ਉਹਨਾਂ ਨੂੰ ਸਾਡੇ ਨਾਰਥ ਅਮਰੀਕਾ ਦੇ ਵਿੱਚ ਲੋਕੀ ਐਵੇਂ ਬੱਚੇ ਕੈਂਡੀਜ਼ ਨਹੀਂ ਖਾਂਦੇ ਜਿਵੇਂ ਲੋਕੀ ਜਿਹੜਾ ਹੈਗਾ ਐਂਟੀ ਡਿਪਰੈਸ਼ਨ ਮੈਡੀਸਨ ਤੇ ਸਲੀਪਿੰਗ ਪਿਲਸ ਖਾਂਦੇ ਨੇ। ਰੂਟੀਨ ਬਣ ਗਈ ਇਸ ਰੂਪ ਦੇ ਵਿੱਚ। ਬੰਦੇ ਨੂੰ ਸੌਣ ਲਈ ਗੋਲੀ ਚਾਹੀਦੀ ਹੈ। ਹਾਊ ਕਮ? ਹਾਂ, ਕੋਈ ਮੈਡੀਕਲ ਕੰਡੀਸ਼ਨ ਹੋਏ, ਕੁਝ ਵੱਡੇ ਲੈਵਲ ਤੇ ਕੋਈ ਡਰਮ ਜਿਹੜਾ ਹੈਗਾ ਬੜਾ ਵੱਡਾ, ਕੋਈ ਟ੍ਰੈਜਡੀ, ਕੋਈ ਡਰਾਮੈਟਿਕ ਜਿਹੜਾ ਹੈਗਾ ਕੋਈ ਐਪੀਸੋਡ ਆ ਗਿਆ, ਦੈਟਸ ਅ ਡਿਫਰੈਂਟ ਸਟੋਰੀ। ਉਹਦੇ 'ਚ ਮੈਡੀਕਲ ਐਕਸੈਪਸ਼ਨਸ ਜਿਹੜੀਆਂ ਉਸ ਲੈਵਲ ਤੇ ਹੈਗੀਆਂ ਨੇ, ਪਰ ਇਨ ਨੋਰਮਲ ਰੂਟੀਨ ਦੇ ਵਿੱਚ ਬੰਦਾ ਇਸ ਸਾਰੇ ਦੇ ਵਿੱਚ ਫਿਰ ਸਮਝੋ ਗੜਬੜ ਹੈ ਕੋਈ। ਸੋ ਕਹਿੰਦੇ ਫੋਕਸ ਔਨ ਯੂਰ ਮੈਟਸ, ਇਹ 'ਤੇ ਧਿਆਨ ਦੇ। ਗੁਰੂ ਬਾਬਾ ਜੀ ਨੇ ਬਿਆਨ ਕੀਤਾ ਇਹਦੇ ਵਿੱਚ, ਸੁਖ ਨਾ ਪਾਇਨ ਮੂਲ। ਜਦੋਂ ਇਹ ਸਾਰੀ ਚੀਜ਼ ਬੈਲੈਂਸ ਨਹੀਂ ਹੈਗੀ, ਨਾਮ ਵਿਛੁੰਨਿਆ, ਨਾਮ ਤੋਂ ਵਿਛੜੇ ਨੂੰ ਸੁਖ ਕਿੱਥੇ? ਇਸ ਅਕਲ ਸਿੱਖਿਆ ਤੋਂ ਟੁੱਟੇ ਹੋਏ ਨੂੰ ਸੁਖ ਨਹੀਂਗਾ। ਅਗਲਾ ਬਚਨ ਲੈ ਲਈਏ ਨਾਲ, ਮੇਰੀ ਮੇਰੀ ਤਾਰ ਬੰਧਨ ਬੰਧਿਆ। ਮੇਰੀ ਮੇਰੀ ਤਾਰ, ਓਵਰ ਵਰੀਜ਼, ਓਵਰ ਥਿੰਕ ਕਰਨਾ ਮਾੜੀ ਮਾੜੀ ਗੱਲ ਬਾਰੇ। ਬੰਦਾ ਜਿਵੇਂ ਸਪੋਜ਼ ਕਰੋ ਅਸੀਂ ਨਾ ਪਰਸੈਪਸ਼ਨਸ ਬਣਾਉਂਦੇ ਹਾਂ, ਤੇ ਉਹਨਾਂ ਪਰਸੈਪਸ਼ਨਸ ਦੇ ਮੁਤਾਬਕ ਰਿਜ਼ਲਟਸ ਚਾਹੁੰਦੇ ਹਾਂ, ਰਿਜ਼ਲਟਸ ਬਣਦੇ ਨਹੀਂ, ਫਿਰ ਰੋਂਦੇ ਹਾਂ। ਹਾਲਾਂਕਿ ਹੈ ਕੁਛ ਨਹੀਂ, ਸਭ ਕੁਝ ਹਵਾ 'ਚ ਹੀ ਹੈ। ਹਕੀਕਤ ਹੈ, ਜਿਵੇਂ ਸਪੋਜ਼ ਕਰੋ ਅੱਜ ਦੀ ਇਕੋਨਮੀ ਜਿਹੜੀ ਹੈ, ਸਾਡਾ ਘਰ ਆ, ਅੱਛਾ ਘਰ ਦੀ ਸਾਡੇ ਦੀ ਕੀਮਤ ਹੋ ਗਈ $1 ਮਿਲੀਅਨ। $1 ਮਿਲੀਅਨ ਭਾਈ ਹਵਾ 'ਚ ਹੀ ਹੈ। ਮਾਰਕੀਟ ਇਹੋ ਜਿਹੀ ਬਣ ਗਈ, ਇਹੋ ਜਿਹੇ ਹਾਲਾਤ ਬਣ ਗਏ ਇਸ ਤਰੀਕੇ ਦੇ ਨਾਲ, ਉਹਦੇ ਖਿਲਾਫ ਲੋਨ ਵੀ ਮਿਲ ਗਿਆ, ਸਭ ਚੀਜ਼ਾਂ ਹੋ ਗਈਆਂ, ਪਰ ਹੈ ਹਵਾ। ਕੱਲ੍ਹ ਨੂੰ ਕੋਈ ਮਾੜੀ ਜੀ ਇਕੋਨਮੀ ਸੱਜੇ ਖੱਬੇ ਹੋਈ ਤੇ ਉਹਦੀ ਅਮਰੀਕਾ ਡਾਲਰ ਤੇ ਘਰ ਵਿਕਣੇ ਸ਼ੁਰੂ ਹੋ ਗਏ। ਬੰਦਾ ਕਹਿੰਦਾ ਕੀ ਬਣ ਗਿਆ, ਮੈਂ ਤਾਂ ਉੱਜੜ ਗਿਆ। ਭਾਈ ਘਰ ਨੂੰ ਘਰ ਦੀ ਤਰ੍ਹਾਂ ਟਰੀਟ ਕਰ। ਜੇ ਉਹਨੂੰ ਉਸ ਲੈਵਲ ਤੇ ਸੋਚਣਾ ਸ਼ੁਰੂ ਕਰਾਂਗਾ, ਪਰਸੈਪਸ਼ਨ ਬਣਾ ਲੇਗਾ, ਤੇ ਉਸ ਪਰਸੈਪਸ਼ਨ ਜਦੋਂ ਇਹ ਸੋਚੇਗਾ ਸਭ ਕੁਝ ਇਹਦੇ ਨਾਲ ਜੁੜ ਗਿਆ, ਇੱਥੋਂ ਫਿਰ ਬੰਦੇ ਦਾ ਜਿਹੜਾ ਮੇਰੀ ਮੇਰੀ ਤਾਰ ਬੰਧਨ ਬੰਧਿਆ, ਬੰਦਾ ਇੱਕ ਐਸੀ ਹਾਲਤ 'ਚ ਵੱਜ ਗਿਆ, ਉਹਦਾ ਨਿਕਲਣਾ ਟਰੈਪ ਜਿਹੜਾ ਇਹਦੇ 'ਚੋਂ ਕਿੱਥੇ ਨਿਕਲ ਸਕੇਗਾ? ਫਿਰ ਡਿਪਰੈਸ਼ਨ ਬੰਦੇ ਨੂੰ ਕਹਿ ਲਓ ਕਿ ਐਨਗਜ਼ਾਇਟੀ, ਬੰਦੇ ਨੂੰ ਕਹਿ ਲਓ ਕਿ ਉਹਨੂੰ ਡਿਫਰੈਂਟ ਪ੍ਰੋਬਲਮਸ ਆਪਣੇ ਆਪ ਆਉਣਗੀਆਂ। ਇਹਨਾਂ ਸਾਰੇ ਅਹਿਸਾਸਾਂ 'ਚ ਕਹਾਣੀ ਨੂੰ ਮੈਂ ਬਾਤ ਕਹਾਂ, ਕਿਉਂਕਿ ਫਿਲੋਸਫੀਕਲੀ ਕਈ ਵਾਰੀ ਗੱਲਾਂ ਲਗਾਤਾਰ ਭਾਰੀਆਂ ਹੋ ਜਾਂਦੀਆਂ ਨੇ। ਆਚਾਰਿਆ ਨੇ ਇੱਕ ਬੜੀ ਕਮਾਲ ਦੀ ਕਹਾਣੀ ਲਿਖੀ ਹੈ, ਤੇ ਬੜੀ ਲੰਮੀ ਚੌੜੀ ਮੈਂ ਟੂਕ ਮਾਤਰ ਬਿਆਨ ਕਰਾਂ। ਕੁਛ ਹੁੰਦਾ ਹੈ ਕਿ ਉਹ ਕਹਿੰਦਾ ਕਿ ਥੋੜ੍ਹੀ ਓਲਡ ਟਾਈਮ ਦੀ ਗੱਲ ਸੁਣਾਉਂਦਾ ਉਹ, ਤੇ ਕਹਿੰਦਾ ਕਿਸਾਨ ਆ ਇੱਕ ਫਾਰਮਰ, ਤੇ ਉਹ ਸੁੱਤਾ ਹੈ ਰਾਤ ਨੂੰ, ਤੇ ਸੁੱਤੇ ਨੂੰ ਸੁਪਨਾ ਆਉਂਦਾ ਹੈ ਕਿ ਤੇਰੇ ਖੇਤ ਦੇ ਨਾਲ ਜਿਹੜਾ ਜੰਗਲ ਪੈਂਦਾ, ਉਸ ਜੰਗਲ ਦੇ ਇੱਕ ਦਰਖਤ ਦੇ ਥੱਲੇ ਇੱਕ ਸੋਨੇ ਦਾ ਛੋਟਾ ਜਿਹਾ ਕੋਈ ਮਟਕਾ ਦੱਬਿਆ ਹੋਇਆ, ਕੜਾ ਸੋਨੇ ਦਾ ਭਰਿਆ ਹੋਇਆ। ਸੁਪਨਾ ਹੁੰਦਾ ਹੈ, ਤੂੰ ਉੱਠਦਾ ਸਵੇਰੇ, ਉੱਠ ਕੇ ਆਪਣਾ ਹਲ ਵਗੈਰਾ ਲੈ ਕੇ, ਜੋ ਆਪਣੇ ਉਹਦੇ ਆਕਸਨ ਵਗੈਰਾ ਬਲਦ ਵਗੈਰਾ ਲੈ ਕੇ ਖੇਤਾਂ ਨੂੰ ਚਲਾ ਜਾਂਦਾ। ਹੁਣ ਸੁਪਨਾ ਦੇ ਅੰਦਰ ਚੱਲ ਰਿਹਾ ਸੀਗਾ, ਉਹ ਜਾ ਕੇ ਸਿੱਧਾ ਜਾ ਕੇ ਉਹ ਦਰਖਤ ਦੇ ਥੱਲੇ ਮਿੱਟੀ ਪੁੱਟਦਾ ਤੇ ਵਾਕਿਆ ਜੀ ਸੋਨੇ ਦੀ ਮਟਕੀ ਹੁੰਦੀ ਹੈ। ਹੁਣ ਅੱਗੇ ਤਾਂ ਕੋਈ ਡਰ ਨਹੀਂ ਸੀ, ਕੋਈ ਵੇਖ ਰਿਹਾ ਨਹੀਂ ਵੇਖ ਰਿਹਾ, ਕੋਈ ਆਲੇ ਦੁਆਲੇ ਕੋਈ ਹੈ ਕੋਈ ਨਹੀਂ ਹੈ। ਜਦੋਂ ਪੱਟ ਰਿਹਾ, ਜਿਵੇਂ ਉਹਨੂੰ ਫੋਲਦਾ ਤੇ ਵਿੱਚੋਂ ਸੋਨਾ ਦਿਸਦਾ, ਇੱਕਦਮ ਉਹਨੂੰ ਬੰਦ ਕਰਕੇ ਆਲੇ ਦੁਆਲੇ ਵੇਖਦਾ, ਡਰ ਲੱਗਦਾ ਵੀ ਕੋਈ ਆ ਨਾ ਜਾਏ, ਕੋਈ ਖੋ ਨਾ ਲਏ, ਕੋਈ ਮਤਲਬ ਅਜੀਬ ਤਰ੍ਹਾਂ ਦਾ ਖੌਫ ਹੋਣਾ ਸ਼ੁਰੂ ਹੋ ਗਿਆ। ਫਟਾਫਟ ਬੰਦ ਕਰਕੇ ਤੇ ਸੋਚਦਾ ਜੇ ਮੈਂ ਪੱਟ ਕੇ ਲੈ ਕੇ ਜਾਵਾਂਗਾ, ਕਿਸੇ ਨੇ ਵੇਖ ਲਿਆ, ਕੋਈ ਸ਼ਿਕਾਇਤ ਕਰ ਦੇਗਾ, ਰਾਜਾ ਆ ਜਾਏਗਾ, ਜਾਂ ਸਾਰੀਆਂ ਗੱਲਾਂ ਸੋਚਦਾ ਹੋਇਆ ਫਿਰ ਸੋਚਦਾ ਛੱਡੋ ਪਰਾਂ, ਆਪਾਂ ਇੱਕ ਕੰਮ ਕਰਦੇ ਹਾਂ, ਕਿਹੜਾ ਕਿਸੇ ਨੂੰ ਪਤਾ ਹੈ, ਆਪਾਂ ਰਾਤ ਨੂੰ ਪੱਟ ਕੇ ਲੈ ਜਾਵਾਂਗੇ। ਅਸਲੀ ਜਿਹੜਾ ਹੈਗਾ ਇਹ ਵਧੀਆ ਹੋ ਗਿਆ। ਘਰ ਚਲਾ ਜਾਂਦਾ, ਘਰ ਜਾ ਕੇ ਸੋਚਦਾ ਵਾਈਫ ਨੂੰ ਦੱਸਦੇ, ਫਿਰ ਕਹਿੰਦਾ ਨਹੀਂ ਦੱਸਾਂ ਨਾ, ਮਤ ਰੌਲਾ ਪਾ ਦੇ, ਜੇ ਮੈਂ ਲੈ ਆਵਾਂ, ਲਿਆ ਕੇ ਵਿਖਾਵਾਂਗਾ, ਸਰਪ੍ਰਾਈਜ਼ ਦਿਆਂਗਾ, ਐਸੀ ਕਿਹੜਾ ਗੱਲ ਹੈ। ਹੁਣ ਉਹਦੇ ਵਿੱਚ ਸਾਰੇ ਦਿਨ ਦਾ ਥੱਕਿਆ, ਕੁਝ ਅਜੀਬ ਓਵਰ ਵਰੀਜ਼ ਕੀਤੀਆਂ, ਫਿਕਰ ਵੀ ਕਰਦਾ ਰਿਹਾ, ਸਾਰਾ ਕੁਝ ਮੰਜੇ ਤੇ ਪੈ ਗਿਆ, ਤੇ ਪੈਂਦਾ ਹੋਇਆ ਸੋਚਦਾ ਵੀ ਸੌਣਾ ਨਹੀਂ ਹੈ ਨਾ, ਆਪਾਂ ਅੱਧੀ ਰਾਤ ਨੂੰ ਉੱਠ ਕੇ ਜਾਣਾ ਹੈ।
ਅੱਧੀ ਰਾਤ ਤੱਕ ਵੈਸੇ ਧੱਕੇ ਨਾਲ ਜਾਗਦਾ ਰਿਹਾ, ਸਾਰੇ ਦਿਨ ਦਾ ਥੱਕਿਆ ਸੀਗਾ। ਹੁਣ ਕਿਤੇ ਨੀਂਦ ਆ ਗਈ, ਨੀਂਦ ਆ ਗਈ ਤੇ ਫਿਰ ਸੁਪਨਾ ਆ ਗਿਆ। ਹੁਣ ਨੀਂਦ ਦੇ ਸੁਪਨਾ ਕੀ ਆਇਆ? ਸੁਪਨੇ 'ਚ ਇਹ ਆਇਆ ਕਿ ਉਹ ਮਟਕੀ ਕੋ ਪੱਟ ਕੇ ਲੈ ਗਿਆ। ਹੁਣ ਹੋਰ ਮੁਸੀਬਤ ਬਣ ਗਈ। ਜਿਵੇਂ ਅੱਖ ਖੁੱਲੀ ਦਿਨ ਚੜ੍ਹ ਕੇ ਆ ਗਿਆ ਕਿੰਨਾ। ਓ ਹੋ ਫਟਾਫਟ ਆਪਣੇ ਬਲਦ ਵਗੈਰਾ ਲਏ ਤੇ ਖੇਤਾਂ ਨੂੰ ਭੱਜਿਆ। ਜਾ ਕੇ ਉਸੇ ਜਗ੍ਹਾ ਤੇ ਫਿਰ ਦੁਬਾਰਾ ਉਹ ਮਿੱਟੀ ਪੱਟੀ। ਜਦੋਂ ਮਿੱਟੀ ਪੱਟੀ ਤੇ ਥੱਲੇ ਮਟਕੀ ਹੈ ਨਹੀਂ। ਓਹੋ, ਇਹ ਤੇ ਸੁਪਨਾ ਸੱਚਾ ਹੋ ਗਿਆ। ਬੜਾ ਔਖਾ ਹੋਇਆ, ਰੋਏ। ਕਿਤੇ ਬਾਈ ਚਾਂਸ ਦੁਪਹਿਰੇ ਵਾਈਫ ਰੋਟੀ ਲੈ ਕੇ ਗਈ ਤੇ ਉਹਨੇ ਪੁੱਛਿਆ ਕੀ ਹੋਇਆ? ਉਹ ਕਹਿੰਦਾ ਬੜਾ ਨੁਕਸਾਨ ਹੋ ਗਿਆ। ਉਹ ਕਹਿੰਦੇ ਹੋਇਆ ਕੀ? ਕਹਿੰਦਾ ਨੁਕਸਾਨ ਹੋ ਗਿਆ ਬੜਾ ਵੱਡਾ। ਉਹ ਕਹਿੰਦੀ ਦੱਸੇਗਾ ਤਾਂ ਸਹੀ ਕੀ ਹੋਇਆ? ਕੀ ਹੈ? ਕਹਿਣ ਲੱਗਾ ਕੱਲ ਸੁਪਨਾ ਆਇਆ ਸੀ, ਸੁਪਨੇ 'ਚ ਸੋਨੇ ਦੀ ਮਟਕੀ ਲੱਭੀ ਸੀ ਇੱਕ। ਕਹਿੰਦੀ ਫਿਰ? ਕਹਿੰਦਾ ਸਵੇਰੇ ਆ ਕੇ ਪੱਟਿਆ ਸੀਗੀ। ਕਹਿੰਦੀ ਫਿਰ? ਕਹਿੰਦਾ ਰਾਤੀ ਫਿਰ ਸੁਪਨਾ ਆਇਆ। ਕਹਿੰਦੀ ਫਿਰ ਕੀ ਹੋਇਆ? ਕਹਿੰਦਾ ਕੋਈ ਮਟਕੀ ਪੱਟ ਕੇ ਲੈ ਗਿਆ। ਉਹ ਕਹਿੰਦਾ ਹੁਣ ਹੈ? ਹੁਣ ਦੇਖਦਾ ਹੈ ਨਹੀਂ। ਉਹ ਕਹਿੰਦੀ ਛੱਡੋ ਪਰਾਂ ਜੀ, ਇੱਕ ਕੰਮ ਕਰੋ, ਸਾਰਾ ਹੀ ਸਮਝੋ ਸੁਪਨਾ ਹੈ। ਪੱਟ ਕੇ ਵੇਖਣ ਤੋਂ ਲੈ ਕੇ ਲਿਜਾਣ ਤੱਕ ਦਾ ਸਾਰਾ ਐਕਚੁਅਲੀ ਸੰਸਾਰ ਹੈ ਸੁਪਨਾ ਹੀ ਹੈ। ਇੱਥੇ ਕੋਈ ਮਟਕੀ ਨਾਲ ਬੰਨ ਕੇ ਨਹੀਂ ਲੈ ਕੇ ਗਿਆ। ਇਹ ਬੰਦੇ ਨੂੰ ਲੱਗਦਾ ਕਿ ਸ਼ਾਇਦ ਕੋਈ ਇਸ ਰੂਪ ਦੇ 'ਚ ਅੱਜ ਤੇ ਜਿਹੜੇ ਬਿਹੇਵੀਅਰਿਸਟ ਨੇ, ਜਿਹੜੇ ਹਿਊਮਨ ਸਾਇੰਸਿਸ 'ਚ ਕੰਮ ਕਰਦੇ ਨੇ, ਬੰਦੇ ਨੂੰ ਇਹ ਸਮਝਾ ਰਹੇ ਨੇ ਕਿ ਸਪੋਜ਼ ਇੱਕ ਬੰਦੇ ਨੇ ਆਪਣੀ ਲਾਈਫ ਟਾਈਮ ਅਰਨਿੰਗ ਕੀਤੀ ਤੇ ਅਰਨਿੰਗ ਕਰਕੇ ਮਰਨ ਤੋਂ ਪਹਿਲਾਂ ਸਪੋਜ਼ ਕਰੋ ਉਹਨੇ $2 ਮਿਲੀਅਨ ਕਮਾਏ। $1 ਮਿਲੀਅਨ ਉਹਨੇ ਆਪਣੇ ਪਰਿਵਾਰ ਤੇ ਆਪਣੇ ਆਲੇ ਦੁਆਲੇ ਤੇ ਆਪਣੀ ਵੈਲਬੀਂਗ ਤੇ ਖਰਚ ਲਿਆ। ਜਦੋਂ ਅੱਖਾਂ ਬੰਦ ਕਰਕੇ ਫੌਤ ਹੋ ਗਿਆ ਤੇ $1 ਮਿਲੀਅਨ ਬੈਂਕ ਬੈਲੈਂਸ ਛੱਡ ਗਿਆ। ਉਹ ਕਹਿੰਦੇ ਲਿਟਰਲੀ ਤੌਰ ਤੇ ਮੰਨੋ ਉਹ $1 ਮਿਲੀਅਨ ਬਣਾਉਣ ਦੇ ਚੱਕਰ 'ਚ ਆਪਣੀ ਲਾਈਫ ਵੇਸਟ ਕਰ ਗਿਆ। ਉਹ ਤੇ ਉਹਦੇ ਕੰਮ ਦਾ ਹੀ ਨਹੀਂ ਹੈਗਾ। ਇਤਨੀ ਬੇਸ਼ਕੀਮਤੀ ਲਾਈਫ ਜਿਹੜੀ ਹੈ ਉਸ ਚੀਜ਼ ਨੂੰ ਜਨਰੇਟ ਕਰਨ ਵਾਸਤੇ ਬੇਕਾਰ ਕਰ ਗਿਆ ਆਪਣੇ। ਬੰਦੇ ਨੂੰ ਗੁਰਬਾਣੀ ਵਾਰ-ਵਾਰ ਅਹਿਸਾਸ ਕਰਾ ਰਹੀ ਹੈ, ਉਹ ਬੰਦੇ ਇਸ ਗੁਨਾਹ ਕਟਾ ਦੇ ਚੱਕਰ ਚੋਂ ਬਾਹਰ ਆ ਜਾ। ਅਦਰਵਾਈਜ਼ ਬਾਣੀ ਨੇ ਕਿਹਾ ਮੇਰੀ ਧਾਰ ਬੰਧਨ ਬੰਧਿਆ। ਇਸ ਬੰਨਣ 'ਚ ਬੱਝਿਆ ਰਹੇਗਾ। ਨਰਕ ਸੁਰਗ ਅਵਤਾਰ ਮਾਇਆ ਧੰਦਿਆ। ਨਰਕ ਸੁਰਗ ਅਵਤਾਰ। ਹਕੀਕਤ ਇਹ ਹੈ ਬੰਦਾ ਸਵਰਗ ਦੇ ਸੁੱਖ ਮਾਣਨ ਵਾਸਤੇ, ਜਿਵੇਂ ਗੁਰੂ ਸਾਹਿਬ ਸਲੋਕਾਂ 'ਚ ਬਿਆਨ ਕਰਦੇ ਨਾ ਵੀ ਬਸੰਤ ਸਵਰਗ ਲੋਕੇ ਜਿੱਤੇ ਪ੍ਰਿਥਵੀ ਨਵ ਖੰਡਣਾ, ਬਸੰਤ ਹਰ ਗੋਪਾਲਾ ਨਾਨਕ ਤੇ ਪ੍ਰਾਣੀ ਉਦਿਆਨ ਭਰਮਣਾ। ਜੈਤ ਸ੍ਰੀ ਕੀ ਵਾਰ ਗੁਰੂ ਅਰਜਨ ਸਾਹਿਬ ਕਹਿੰਦੇ ਬਸੰਤ ਸਵਰਗ ਲੋਕ ਹੈ ਵੀ ਮੇਰਾ ਨਾ ਸਵਰਗ ਵਰਗਾ ਲੋਕ ਹੋਏ, ਹਰ ਚੀਜ਼ ਮੇਰੇ ਕੋਲ ਪੂਰੀ ਫੈਸਿਲਿਟੀ, ਹਰ ਚੀਜ਼ ਪ੍ਰੋਪਰ ਮੌਜੂਦ ਹੋਏ। ਇੱਕ ਛੋਟੀ ਜਿਹੀ ਐਗਜ਼ਾਮਪਲ ਕਰਕੇ ਵਾਈਂਡ ਅਪ ਕਰ ਦਿੰਦਾ ਵਾਂ। ਕਾਫੀ ਸਾਲ ਪਹਿਲਾਂ ਦੀ ਗੱਲ ਹੈ, ਮੈਂ UK ਸੀਗਾ ਤੇ ਮੇਰੇ ਵੈਸੇ ਬੜਾ ਸਨੇਹੀ ਪਰਿਵਾਰ, ਬੜਾ ਉਸ ਤਰੀਕੇ ਦੇ ਨਾਲ। ਕਾਫੀ ਲੰਬੇ ਸਮੇਂ ਬਾਅਦ ਮੈਂ ਗਿਆ ਉਹਨਾਂ ਦਿਨਾਂ 'ਚ ਤੇ ਉਹ ਮੇਰੇ ਕੋਲ ਟਾਈਮ ਹੀ ਨਹੀਂ ਸੀਗਾ, ਥੋੜ੍ਹੇ ਦਿਨਾਂ ਦੀ ਵਿਜ਼ਿਟ ਸੀ। ਉਹ ਕਹਿੰਦੇ ਨਹੀਂ ਭਾਈ ਸਾਹਿਬ ਖਾਣਾ ਦੁਪਹਿਰੇ ਇਸ ਤਰੀਕੇ ਨਾਲ ਘਰੇ ਆ ਜਾਓ। ਮੈਨੂੰ ਖੈਰ ਲੈ ਗਏ, ਕਾਫੀ ਦੂਰ ਡਰਾਈਵ ਸੀ, ਅਸੀਂ ਚਲੇ ਗਏ। ਬੈਠੇ ਤੇ ਗੱਲਾਂ ਬਾਤਾਂ ਹੋਈਆਂ, ਰਿਟਾਇਰਮੈਂਟ ਦੇ ਨੇੜੇ ਨੇ, ਫੈਮਿਲੀ ਸੈਟਲ ਹੋ ਰਹੀ ਹੈ, ਇਸ ਕਿਸਮ ਦੀਆਂ ਗੱਲਾਂ ਹੋਈਆਂ। ਖੈਰ ਅਸੀਂ ਪ੍ਰਸ਼ਾਦਾ ਛਕ ਲਿਆ ਤੇ ਮੈਂ ਕਿਹਾ ਟਾਈਮ ਥੋੜ੍ਹਾ, ਵੀ ਹੈਵ ਟੂ ਲੀਵ। ਉਹ ਕੀ ਹੋਇਆ ਕਿ ਉਹ ਮੈਨੂੰ ਲਿਜਾਣ ਦੀ ਬਜਾਏ ਆਪਣੇ ਫੈਮਿਲੀ ਰੂਮ ਦੇ ਵਿੱਚ ਜਿਹੜੇ ਉਹਦਾ ਅਲਮੀਰਾ ਵਗੈਰਾ ਪਿਆ, ਉਹਦੇ ਕਦੀ ਡਰੋਰ ਖਿੱਚਦਾ ਹੈ, ਕਦੀ ਉਹਦੀ ਬਾਰੀ ਖੋਲ੍ਹਦਾ ਹੈ, ਕਦੀ ਕੁਛ ਹੋ ਰਿਹਾ। ਉਹ ਇਸ ਕਿਸਮ ਨਾਲ ਲੱਗਾ। ਉਹ ਵਾਈਫ ਉਹਦੀ ਖਿੱਚ ਕੇ ਕਹਿੰਦੀ ਵੀ ਕੀ ਹੋਇਆ, ਕੀ ਲੱਭੀ ਜਾਂਦੇ ਹੋ? ਉਹ ਕਹਿੰਦਾ ਦੋ ਫਿਰ ਜਿਹੜੀਆਂ ਨੇ ਪਿਕਚਰਸ ਲੱਭ ਗਈਆਂ ਨੇ, ਇੱਕ ਲੱਭ ਨਹੀਂ ਰਹੀ ਮੇਰੇ ਹੱਥ 'ਚ। ਉਹਨੇ ਇਸ ਤਰੀਕੇ ਨਾਲ ਫੋਟੋਆਂ ਵਿਖਾਈਆਂ। ਉਹ ਕਹਿੰਦੀ ਮੈਨੂੰ ਦੱਸ, ਪੁੱਛੋ ਨਾ ਫਿਰ। ਮੈਂ ਉੱਤੇ ਰੱਖੀ, ਮੈਂ ਲੈ ਕੇ ਆਉਣੀ। ਉਹ ਲੈ ਕੇ ਆਈ। ਉਹ 3 ਪਿਕਚਰ ਐਵੇਂ ਜੋੜੀਆਂ ਉਹਨੇ, ਵਿਖਾ ਕੇ ਤਿੰਨੇ, ਤੇ ਮੈਨੂੰ ਕਹਿੰਦਾ ਜੀ ਆਹ ਪਿੰਡ ਆਪਾਂ ਕੋਠੀ ਬਣਾ ਲਈ ਹੈ, ਹਰ ਫੈਸਿਲਿਟੀ ਲਾਤੀ ਇੱਥੇ, ਬਿਲਕੁਲ ਵਧੀਆ। ਅੱਛਾ, ਮੈਂ ਕਿਹਾ ਵੀ ਇੱਕ ਪਿਕਚਰ ਕਿਉਂ ਨਹੀਂ ਖਿੱਚੀ, 3 ਕਿਉਂ ਖਿੱਚੀਆਂ ਨੇ? ਮਤਲਬ ਤਿੰਨੇ ਸਪੈਸ਼ਲ ਕੈਮਰਾ, ਚੰਡੀਗੜ੍ਹ ਤੋਂ ਕੈਮਰਾਮੈਨ ਲੈ ਕੇ ਫੋਟੋ ਖਿੱਚਾਈਆਂ 3। ਉਹ ਕਹਿੰਦੇ 3 ਇਸ ਕਰਕੇ ਕਿਉਂਕਿ ਨਾ ਜੇ ਅਸੀਂ ਇਕੱਲੀ ਖਿੱਚਦੇ ਸੀ ਤਾਂ ਆਹ ਮੋਲਡਿੰਗ ਲੱਗੀ ਨਹੀਂ ਦਿਸਦੀ, ਆਹ ਡਿਜ਼ਾਈਨ ਨਹੀਂ ਦਿਸਦੇ ਇਸ ਤਰੀਕੇ ਨਾਲ। ਮੈਂ ਕਿਹਾ ਹਾਂ ਵਾਕਈ 'ਚ ਬਈ ਸਮਝਦਾਰੀ ਵਾਲੀ ਗੱਲ ਹੈ, ਤਿੰਨੇ ਜੋੜਦੇ ਹਾਂ ਬੜਾ ਵਧੀਆ ਬਣਦਾ ਇਸ ਤਰੀਕੇ ਨਾਲ। ਠੀਕ ਹੈ। ਕਹਿੰਦਾ ਬਸ ਹੁਣ ਰਿਟਾਇਰਮੈਂਟ ਹੋ ਜਾਣੀ ਹੈ ਤੇ ਉੱਥੇ ਜਾ ਕੇ ਰਹਿਣਾ ਬਸ, ਵਧੀਆ। ਉਹ ਪਹਿਲਾਂ ਮੇਰੇ ਨਾਲ ਕੁਝ ਗੱਲਬਾਤ ਕਰਦਿਆਂ ਦੱਸਿਆ ਕਿ ਵਾਈਫ ਨੂੰ ਕਿਡਨੀ ਦਾ ਇਸ਼ੂ ਹੋ ਗਿਆ ਤੇ ਸ਼ਾਇਦ ਉਹ ਡਾਇਲਸਿਸ ਤੇ ਚਲੀ ਜਾਏਗੀ। ਮੈਂ ਕਿਹਾ ਵੀ ਜਿਸ ਪਿੰਡ ਦੀ ਤੁਸੀਂ ਗੱਲ ਕਰ ਰਹੇ ਹੋ, ਇਹਦੇ ਨੇੜੇ ਤੇ ਕੋਈ ਚੰਗਾ ਹਸਪਤਾਲ ਵੀ ਨਹੀਂ ਹੈਗਾ।
ਜੇ ਇਹਨੂੰ ਡਾਇਲਸਿਸ ਤੇ ਲਿਜਾਣਾ ਪੈ ਗਿਆ, ਕਿਵੇਂ 400 ਕਿਲੋਮੀਟਰ ਆਇਆ ਕਰੋਗੇ, ਜਾਓ ਕਰੋਗੇ ਵਾਪਸ ਪਿੰਡ ਤੋਂ? ਆਪ हैरान ਹੋਵੋਗੇ। ਮੇਰੀ ਜ਼ਬਾਨ ਤੋਂ ਮੈਂ ਇੰਟੈਂਸ਼ਨਲੀ ਨਹੀਂ ਕਹੀ, ਵੈਸੇ ਹੀ ਮੇਰੇ ਜਿਵੇਂ ਮਤਲਬ ਗੱਲ ਆ ਗਈ। ਉਸ ਬੰਦੇ ਦਾ ਰੰਗ ਚਿੱਟਾ ਹੋ ਗਿਆ। ਮੇਰਾ ਸੱਜਣ ਹੈ, ਐਸੀ ਕੋਈ ਗੱਲ ਨਹੀਂ ਹੈ। ਅਹਿਸਾਸ ਹੋਇਆ ਵੀ ਉਹ ਹੋ ਆ ਕੀ ਕਰ ਲਿਆ, ਖਤਮ ਹੋ ਗਿਆ ਕੰਮ ਤੇ। ਬੰਦਾ ਸਵਰਗ ਲੱਭਣ ਦੇ ਚੱਕਰ 'ਚ ਨਰਕੀ ਭੋਗ ਜਾਂਦਾ। ਉਹ ਭਲੇ ਬੰਦੇ, ਹਰ ਪਲ ਹੀ ਸਵਰਗ ਹੈ, ਇਹਨੂੰ ਮਾਣ। ਕੱਲ ਦਾ ਸਵਰਗ ਬਣਾਉਣ ਦੇ ਚੱਕਰ 'ਚ ਅੱਜ ਨਰਕ ਬਣਾ ਲਿਆ। ਮਹਾਰਾਜ ਨੇ ਬਿਆਨ ਲਿਖਿਆ, ਨਰਕ ਸੁਰਗ ਅਵਤਾਰ ਮਾਇਆ ਧੰਦਿਆਂ। ਇਹਦਾ ਜੀਵਨ ਅਵਤਾਰ ਦਾ ਮਤਲਬ ਜੀਵਨ ਹੈ। ਇਸ ਰੂਪ ਦੇ ਜੀਵਨ ਜਿਹੜਾ ਸਾਰਾ ਦਾ ਸਾਰਾ ਇਹ ਮਾਇਆ ਦੇ ਧੰਦਿਆਂ 'ਚ ਐਸਾ ਗਵਾਚਿਆ ਵੀ ਕੋਈ ਨਾ, ਕੱਲ ਨੂੰ ਸਵਰਗ ਬਣਾਵਾਂਗੇ, ਕੱਲ ਨੂੰ ਸਵਰਗ ਭੋਗਾਂਗੇ, ਕੱਲ ਨੂੰ। ਉਹ ਨਰਕ ਭੋਗ ਰਿਹਾ ਸਾਰੀ ਉਮਰਾਂ ਲੰਘ ਗਈਆਂ ਲੋਕਾਂ ਨੂੰ। ਇਹ ਸਭ ਹੋਇਆ ਤਾਂ ਨਾਮ ਤੋਂ ਵਿਛੜ ਕੇ। ਜੇ ਨਾਮ ਸਮਝ ਆ ਜਾਂਦਾ, ਹੁਣ ਵਿੱਚ ਇਸ ਪਲ ਵਿੱਚ ਇਸੇ ਸਮੇਂ 'ਚ ਜੀਣਾ ਆ, ਇਹਨੂੰ ਹੀ ਜੀਣਾ, ਇਹਦੇ 'ਚ ਹੀ ਮੰਨਣਾ ਆ। ਸਹੀ ਕਰਾਂਗੇ, ਚੰਗਾ ਕਰਾਂਗੇ, ਭਲਾ ਕਰਾਂਗੇ, ਵਾਜਬ ਕਰਾਂਗੇ, ਜੋ ਐਕਚੁਅਲ ਲੈਵਲ ਤੇ ਐਪਰੋਪਰੀਏਟ ਆ, ਐਥੀਕਲੀ ਰਾਈਟ ਆ, ਪ੍ਰਿੰਸੀਪਲ ਲੈਵਲ ਤੇ ਉਹ ਠੀਕ ਆ, ਉਹੀ ਕਰਾਂਗੇ, ਸੱਚਿਆਰ ਬਣਾਂਗੇ। ਅਸੀਂ ਕਿਸੇ ਲੈਵਲ ਤੇ ਆਪਣੀ ਇੰਟੀਗ੍ਰਿਟੀ ਨਾਲ ਕੰਪਰੋਮਾਈਜ਼ ਨਹੀਂ ਕਰਾਂਗੇ। ਜਦੋਂ ਇਹ ਬਾਤ ਆ ਜਾਏਗੀ, ਜੀਵਨ ਮਹਾ ਸੁਖ ਬਣੇਗਾ। ਇਹ 3 ਪੱਦੇ ਹੋ ਗਏ ਨੇ। ਅਗਲੇ ਪੱਦਿਆਂ ਦੀ ਵਿਚਾਰ ਹੁੰਦੇ ਸਮੇਂ ਕਰਾਂਗੇ, ਕਿਉਂਕਿ ਸਮੇਂ ਨੇ ਪੰਧ ਮੁਕਾ ਦਿੱਤਾ ਹੈ। ਇੱਥੇ ਹੀ ਅਸੀਂ ਸਮਾਪਤੀ ਕਰਦੇ ਹਾਂ। ਆਵਾਜ਼ ਦੇ ਕੇ ਕਹਿ ਦੇਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।